ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। मैं हाँ प्रवीण शर्मा। ਤੁਸੀਂ ਦੇਖ ਰਹੇ ਹੋ सीपीसी टीवी ਦਾ ਖਾਸ ਪ੍ਰੋਗਰਾਮ ਟੀਕਾ ਟਿੱਪਣੀ। ਕਿਸਾਨੀ ਅੰਦੋਲਨ ਤੇ ਨਜ਼ਰਾਂ ਕੌਮਾਂਤਰੀ ਮੀਡੀਆ ਤੋਂ ਲੈ ਕੇ ਖੇਤਰੀ ਮੀਡੀਆ ਤੋਂ ਲੈ ਕੇ ਕੌਮਾਂਤਰੀ ਪੱਧਰ ਦੇ ਜੋ ਲੋਕ ਮਸ਼ਹੂਰ ਲੋਕ ਨੇ ਅੰਦੋਲਨਾਂ ਤੇ ਨਿਗਾਹ ਰੱਖਦੇ ਨੇ, ਸੰਘਰਸ਼ਾਂ ਤੇ ਨਿਗਾਹ ਰੱਖਦੇ ਨੇ, ਉਹਨਾਂ ਦੀ ਵੀ ਨਿਗਾਹ। ਪਰ ਪੰਜਾਬ ਦੇ ਵਿੱਚ ਵੀ ਕਿਸਾਨ ਆਗੂਆਂ ਤੋਂ ਵੱਡੀ ਆਸ ਹੈ। ਅੱਜ ਖੇਤੀ ਮੰਗਾਂ ਤੋਂ ਇਲਾਵਾ ਕਿਸਾਨੀ ਅੰਦੋਲਨ ਦੇ 3 ਕਾਨੂੰਨਾਂ ਤੋਂ ਇਲਾਵਾ ਹੋਰਨਾਂ ਪੱਖਾਂ ਤੇ ਵੀ ਗੱਲ ਕਰਨੀ ਲਾਜ਼ਮੀ ਹੋ ਚੁੱਕੀ ਹੈ, ਖਾਸ ਕਰਕੇ ਜਦੋਂ ਚਰਚਾਵਾਂ ਸਿਆਸਤ ਬਾਰੇ ਹੋਣ ਲੱਗ ਪੈਣ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨੀ ਆਗੂਆਂ ਦੇ ਸਿਆਸਤ ਦੇ ਵਿੱਚ ਆਉਣ ਬਾਰੇ, ਕੈਪਟਨ ਸਾਹਿਬ ਦੇ ਐਲਾਨ ਦੇ ਬਾਰੇ, ਉਹਨਾਂ ਦੀ ਸਿਆਸਤ ਬਾਰੇ। ਸਿੱਧੂ ਸਾਹਿਬ ਨੇ ਵੀ ਨਿਸ਼ਾਨਾ ਸਾਧਿਆ। ਸਮਾਂ ਗਵਾਏ ਬਿਨਾਂ ਜੁੜਦੇ ਆ ਮਿੰਟੂ ਗੁਰਸਰਗਾ ਜੀ ਦੇ ਨਾਲ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਕਥਨ, ਤੁਹਾਡੀਆਂ ਟਿੱਪਣੀਆਂ, ਤੁਹਾਡੇ ਕੋਟ ਮੇਰੇ ਮੂੰਹ ਜ਼ਬਾਨੀ ਯਾਦ ਹੈ, ਜਿਹੜੇ ਤੁਸੀਂ ਕਿਸਾਨੀ ਅੰਦੋਲਨ ਪਿਛਲੇ 1.5 ਸਾਲ ਤੋਂ ਕਰ ਰਹੇ ਹੋ। ਉਸ ਦਿਨ ਵੀ ਤੁਸੀਂ ਕਿਹਾ ਕਿ ਇਹ ਪਹਿਲੀ ਮੰਗ ਹੈ ਜੋ ਮੰਨੀ ਗਈ ਹੈ, ਹਾਲੇ ਬਹੁਤ ਕੁਝ ਬਾਕੀ ਹੈ। ਰਾਕੇਸ਼ ਟਕੈਤ ਜੀ ਨੇ ਵੀ ਅੱਜ ਇਹੀ ਇਸ਼ਾਰਾ ਕੀਤਾ ਹੈ ਕਿ ਲੱਗਦਾ ਕਿ ਹਾਲੇ ਹੋਰ ਝੁਕਾਉਣਾ ਦੇਸ਼ ਦੀ ਸਿਆਸਤ ਨੂੰ। ਦੇਖੋ ਪ੍ਰਵੀਨ ਜੀ, ਇਹ ਮੇਰੇ ਖਿਆਲ ਦੇ ਨਾਲ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਨਾ, ਪਹਿਲਾਂ ਇਹਨੂੰ ਵੇਖਣਾ ਪਵੇਗਾ। ਠੀਕ ਹੈ ਕਿ ਨਰਿੰਦਰ ਮੋਦੀ ਨੇ ਜੋ ਇਹ ਮੂਵ ਚੱਲਿਆ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਦਾ ਹਮੇਸ਼ਾ ਤੁਹਾਨੂੰ ਪਤਾ ਹੀ ਆ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਨੂੰ ਜੀ ਇੱਕ ਹੈਰਾਨੀਜਨਕ ਢੰਗ ਦੇ ਨਾਲ ਸਰਪ੍ਰਾਈਜ਼ ਦੇਣੇ। ਹਾਂਜੀ, ਉਹ ਉਹਨਾਂ ਦੀ ਅਦਾ ਹੈ, ਜਲਵਾ ਹੈ ਨਾ, ਕਿ ਉਹ ਆਉਂਦੇ ਆ ਤੇ ਹੈਰਾਨ ਕਰ ਜਾਂਦੇ ਕਈ ਵਾਰ, ਤੇ ਨੋਟਬੰਦੀ ਕਰਕੇ ਸੁੰਨ ਵੀ ਕਰ ਜਾਂਦੇ ਲੋਕਾਂ ਨੂੰ ਕਿ ਆਹ ਕੀ ਬਣ ਗਿਆ। ਅੱਛਾ, ਉਹਦੇ ਪਿੱਛੇ ਜੇ ਤੁਸੀਂ ਦੇਖੋਗੇ ਨਾ ਤਾਂ ਉਹ ਇਸ ਤਰ੍ਹਾਂ ਦੀ ਇੱਕ ਛਵੀ ਰੱਖ ਕੇ ਚੱਲਦੇ ਆ ਜਾਂ ਬਣਾਉਣ ਦਾ ਯਤਨ ਕਰਦੇ ਆ ਕਿ ਭਾਈ ਮੈਂ ਫੈਸਲੇ ਆਪਣੇ ਆਪ ਲੈਣਾ। ਪਰ ਦੂਜੀ ਗੱਲ ਇਹ ਹੈ ਕਿ ਕ੍ਰੈਡਿਟ ਦੇ ਵਿੱਚ ਜਦੋਂ ਬੰਦਾ ਪੈ ਜਾਂਦਾ ਹੈ ਨਾ ਜੀ ਪ੍ਰਵੀਨ ਜੀ, ਉਦੋਂ ਫਿਰ ਹਰੇਕ ਮਾਮਲੇ ਦੇ ਵਿੱਚ ਉਹਨੂੰ ਇਹੀ ਲੱਗਦਾ ਕਿ ਯਾਰ ਮੈਂ ਸਿਰੇ 'ਚ ਸਿਰ ਫਸਾ ਦੇਵਾਂ। ਬਿਲਕੁਲ, ਇਹ ਤਾਂ ਹੈ। GST ਲਾਗੂ ਹੋਈ ਸੀ, ਤੁਹਾਨੂੰ ਯਾਦ ਹੈ ਨਾ ਕਿ ਕਿਸ ਤਰ੍ਹਾਂ ਰਾਤ ਨੂੰ ਸੰਸਦ ਖੋਲੀ ਗਈ ਸੀਗੀ, ਜਦ ਕਿ ਬਾਅਦ ਦੇ ਵਿੱਚ GST ਨੇ ਕੀ ਕੁਝ ਕੀਤਾ ਉਹ ਆਪਾਂ ਨੂੰ ਸਭ ਨੂੰ ਪਤਾ ਹੈ। ਤਾਂ ਇਹਨੂੰ ਕਹਿੰਦੇ ਈਵੈਂਟ ਮੈਨੇਜਮੈਂਟ। ਠੀਕ ਹੈ। ਅੱਛਾ, ਇਹ ਜਿਹੜਾ ਫੈਸਲਾ ਸੀਗਾ ਜਿਹੜਾ ਇਹਨਾਂ ਨੇ ਲਿਆ ਕਿ ਅਸੀਂ ਰੀਪੀਲ ਕਰਾਂਗੇ ਇਹਨਾਂ ਕਾਨੂੰਨਾਂ ਨੂੰ, ਵਾਪਸ ਲਵਾਂਗੇ, ਜੇ ਤੁਸੀਂ ਉਹ ਵੀ ਦੇਖੋਗੇ ਤਾਂ ਉਹ ਵੀ ਉਹਨਾਂ ਨੇ ਆਪ ਹੀ ਐਲਾਨਿਆ। ਹਾਲਾਂਕਿ ਇੱਕ ਤਰ੍ਹਾਂ ਨਾਲ ਉਹਨਾਂ ਦੀ ਸਿਆਸੀ ਹਾਰ ਵੀ ਹੈ। ਠੀਕ ਹੈ, ਹਾਂਜੀ ਹਾਂਜੀ। ਮਾਫੀ ਸ਼ਬਦ ਦਾ ਇਸਤੇਮਾਲ ਕਰਨਾ, ਜਾਂ ਪਹਿਲਾਂ ਜਿਵੇਂ ਇਹਨਾਂ ਦੇ ਬੰਦੇ ਕਹਿੰਦੇ ਗਏ ਕਿ ਅਸੀਂ ਇਹ ਵਾਪਸ, ਤੇ ਮਤਲਬ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਸੀਂ ਇਹ ਵਾਪਸ ਕਰਾਂਗੇ। ਹਾਂਜੀ, ਤਾਂ ਕਰਵਾ ਤੇ ਉਹਨਾਂ ਦੇ ਮੂੰਹੋਂ ਵੀ ਸਕਦੇ ਸੀ ਜਿਹੜੇ ਇਹ ਗੱਲ ਕਹਿੰਦੇ ਸੀ। ਜਿਵੇਂ ਖੇਤੀ ਮੰਤਰੀ ਹੈ ਜੀ, ਖੇਤੀ ਮੰਤਰੀ ਇੱਕ PC ਕਰਦੇ ਜਾਂ ਇੱਕ ਇਨਵੀਟੇਸ਼ਨ ਦਿੰਦੇ ਕਿਸਾਨ ਆਗੂਆਂ ਨੂੰ ਕਿ ਆਓ ਭਾਈ ਆਪਾਂ ਗੱਲਬਾਤ ਕਰੀਏ। ਉੱਥੇ ਫੇਰ ਗੱਲਬਾਤ ਤੇ ਉੱਥੋਂ ਹੀ ਹੋਣੀ ਸੀ ਨਾ ਸ਼ੁਰੂ, ਜਿੱਥੋਂ ਟੁੱਟੀ ਸੀਗੀ, ਤੇ ਉੱਥੇ ਕਹਿੰਦੇ ਕਿ ਚਲੋ ਬਈ ਰਜ਼ਾਮੰਦ ਆ। ਠੀਕ ਹੈ। ਪਰ ਕਿਸਾਨ ਆਗੂਆਂ ਨੂੰ ਸੱਦਣ ਦਾ ਮਤਲਬ ਇਹ ਹੁੰਦਾ ਕਿ ਕਿਸਾਨ ਆਗੂਆਂ ਦੀ ਹੋਰ ਚੜ੍ਹਤ ਹੁੰਦੀ ਪੂਰੀ। ਬਿਲਕੁਲ। ਜਾਂ ਖੇਤੀ ਮੰਤਰੀ ਜਿਹੜਾ ਸੀਗਾ ਉਹ ਫਰੇਮ 'ਚ ਆ ਜਾਣਾ ਸੀਗਾ। ਸੋ ਇਸ ਕਰਕੇ ਪ੍ਰਧਾਨ ਮੰਤਰੀ ਫਿਰ ਕਹਿੰਦੇ ਕਿ ਤੂੰ ਹਟ ਜਾ ਪਾਸੇ, ਫਿਰ ਮੈਂ ਆਪਣੇ ਆਪ ਹੀ ਚਲਾ ਦੂੰਗਾ ਮੈਂ। ਬਿਲਕੁਲ। ਉਹਨਾਂ ਨੇ ਫਿਰ ਇਸੇ ਕਰਕੇ ਹੀ ਇਸ ਚੀਜ਼ ਨੂੰ ਕਿਹਾ ਕਿ ਦੇਖੋ ਮੈਂ ਭਲਾਈ ਵਾਸਤੇ ਲਿਆਂਦੇ ਸੀ, ਖਿਮਾ ਦਾ ਯਾਚਕਿਆ ਕਿ ਭਾਈ ਮੈਂ ਸਮਝਾ ਨਹੀਂ ਸਕਿਆ ਵਗੈਰਾ ਵਗੈਰਾ ਉਹਨਾਂ ਨੇ ਗੱਲਾਂ ਕਹੀਆਂ। ਤਾਂ ਉਹ ਸਾਰਾ ਕਹਿ ਲਓ ਕਿ ਲਾਗ ਲਪੇਟਿਆ ਉਹਨਾਂ ਨੇ ਸ਼ਬਦਾਂ ਦਾ। ਹਾਂਜੀ ਹਾਂਜੀ, ਉਹਨਾਂ ਨੇ ਉਸ ਚੀਜ਼ ਨੂੰ ਲਪੇਟਿਆ ਵਾ ਇਸ ਸਹਾਰੇ। ਦੂਜੀ ਗੱਲ ਇਹ ਆ ਕਿ ਦੇਖੋ ਜਿੱਦਾਂ ਦੀ ਇਸ ਵੇਲੇ ਸਿਚੁਏਸ਼ਨ ਦੀ ਆਪਾਂ ਗੱਲ ਕਰਦੇ ਹਾਂ, ਉਹ ਕੁਝ ਇਸ ਤਰ੍ਹਾਂ ਦੀ ਹੈ ਪ੍ਰਵੀਨ ਜੀ ਕਿ ਇਸ ਮੰਗ ਨੂੰ ਜਿਹਨੂੰ ਇਹਨਾਂ ਨੇ ਸਵਕਾਰਿਆ ਇਹਦੇ ਤੋਂ ਪਿੱਛੇ ਨਹੀਂ ਹਟ ਸਕਦੇ। ਠੀਕ ਹੈ। ਨਾ RSS, ਨਾ ਭਾਰਤੀ ਜਨਤਾ ਪਾਰਟੀ, ਨਾ ਪ੍ਰਧਾਨ ਮੰਤਰੀ। ਕਿਉਂ? ਉਹਦਾ ਇੱਕ ਕਾਰਨ ਆ ਕਿ ਕਾਨੂੰਨ ਬਣਾਉਣ ਤੇ ਜਿੰਨਾ ਨੁਕਸਾਨ ਹੋਇਆ ਨਾ, ਜੇ ਹੁਣ ਇਹਨਾਂ ਨੂੰ ਰੱਦ ਕਰਨ ਦੀ ਜ਼ੁਬਾਨ ਦੇ ਕੇ ਮੁੱਕਰੇ ਉਦੋਂ ਦੁੱਗਣਾ ਹੋਊਗਾ ਜੀ। ਇਹ ਤਾਂ ਹੈ। ਔਰ ਜੇ ਤੁਸੀਂ ਦਬਾਵਾਂ ਦੀ ਗੱਲ ਕਰਦੇ ਹੋ ਕਿ ਕਿਹੜੇ ਕਿਹੜੇ ਦਬਾਅ ਰਹੇ ਨੇ ਇਸ ਡਿਸੀਜਨ ਦੇ ਪਿੱਛੇ, ਉਹਨਾਂ ਦੇ ਵਿੱਚ ਇੱਕ ਇਹ ਸੀਗਾ ਕਿ ਕੌਮਾਂਤਰੀ ਪੱਧਰ ਤੇ ਵੀ ਨਰਿੰਦਰ ਮੋਦੀ ਦੀ ਜਿਹੜੀ ਛਵੀ ਹੈ ਉਹ ਦਾਅ ਤੇ ਲੱਗੀ ਸੀਗੀ ਜੀ। ਬਿਲਕੁਲ। ਗਲਾਸਗੋ ਦੇ ਵਿੱਚ ਜਾਂਦੇ, ਉੱਥੇ ਵੀ ਸਕਾਟਲੈਂਡ ਦੇ ਵਿੱਚ ਜਦੋਂ ਇੱਕ ਵਿਰੋਧ ਹੁੰਦਾ ਤਾਂ ਕਮਾਲ ਦੀ ਗੱਲ ਹੈ ਕਿ ਇੱਕ ਗੋਰੇ ਦੀ ਗ੍ਰਿਫਤਾਰੀ ਹੁੰਦੀ ਹੈ ਉੱਥੇ। ਵਾਹ। ਪ੍ਰੋਟੈਸਟਰਸ ਦੇ ਵਿੱਚ ਗੋਰਾ ਵੀ ਸੀਗਾ ਇੱਕ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਜੋੜ ਕੇ ਦੇਖੋਗੇ ਤਾਂ ਉਹ ਹੋਰ ਬਦਨਾਮੀ ਨਹੀਂ ਚੱਲ ਸਕਦੇ ਕਿ ਤੁਸੀਂ ਤੇ ਸ਼ਰੇਆਮ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ, ਝੂਠ ਬੋਲ ਰਹੇ ਹੋ ਜੀ। ਸੋ ਇਸ ਕਰਕੇ ਇਹ ਤੇ ਮੰਗ ਜਿਹੜੀ ਆ ਉਹ ਮੰਨੀ ਜਾਣੀ ਆ। ਕੈਬਨਿਟ ਦੇ ਵਿੱਚ ਪਰਸੋਂ ਮੋਹਰ ਲੱਗ ਜਾਏਗੀ। ਠੀਕ ਹੈ।
ਉਸ ਤੋਂ ਬਾਅਦ ਲੋਕ ਸਭਾ ਰਾਜ ਸਭਾ ਦੇ ਵਿੱਚੋਂ ਇਸੇ ਤਰ੍ਹਾਂ ਜਿਵੇਂ ਆਇਆ ਸੀ ਉਸੇ ਤਰ੍ਹਾਂ ਹੀ ਪਿੱਛੇ ਨੂੰ ਜਾ ਕੇ ਬੈਕ ਗੇਅਰ ਲਾ ਕੇ ਇਹ ਕਾਨੂੰਨ ਜਿਹੜਾ ਜਾਏਗਾ ਪ੍ਰੈਜ਼ੀਡੈਂਟ ਕੋਲ, ਮੋਹਰ ਲੱਗ ਜੂਗੀ ਤੇ ਬਸ ਭੋਗ ਪੈ ਗਿਆ। ਪਰ ਰੌਲਾ ਇਹ ਆ ਕਿ ਦੇਖੋ ਇਹ ਅੰਦੋਲਨ ਦਾ ਇੱਕ ਪਾਰਟ ਖਤਮ ਹੋ ਜਾਏਗਾ, ਇੱਥੇ ਦੂਸਰਾ ਪਾਰਟ ਸ਼ੁਰੂ ਹੋਣ ਜਾ ਰਿਹਾ ਹੈ। ਅੱਛਾ, ਜਿਹੜਾ ਅਣਕਿਆਸਿਆ ਸ਼ਾਇਦ ਅਣਕਿਆਸਿਆ ਹੈ ਪ੍ਰਵੀਨ ਜੀ, ਕਿਉਂਕਿ ਦੇਖੋ ਇਸ ਮੰਗ ਤੋਂ ਹੁਣ ਜਿਵੇਂ ਮੈਂ ਕਿਹਾ ਕਿ ਮੰਨ ਕੇ ਮੁੱਕਰ ਨਹੀਂ ਸਕਦੇ ਜੀ, ਨਹੀਂ ਤੇ ਦੂਜਿਆਂ ਵਾਸਤੇ ਉਹ ਦਰਵਾਜ਼ੇ ਬੰਦ ਨਹੀਂ ਕਰ ਸਕਦੇ, ਗੱਲਬਾਤ ਉਹਨਾਂ ਨੂੰ ਕਰਨੀ ਪਊਗੀ। ਜੇ ਨਹੀਂ ਤਾਂ ਉਹ ਐਮਐਸਪੀ ਦੀ ਜਿਹੜੀ ਲੜਾਈ ਹੈ ਨਾ, ਕਿਸਾਨ ਆਗੂ ਨੂੰ ਦੇਸ਼ ਪੱਧਰ ਤੇ ਫੈਲਾ ਦੇਣਗੇ ਕਿ ਦੇਖੋ ਅਸੀਂ ਤੇ ਝੁਕਾ ਲਿਆ, ਹੁਣ ਅਸੀਂ ਲੜਾਈ ਪੰਜਾਬ ਹਰਿਆਣੇ ਵਾਲੇ ਤੁਹਾਡੇ ਵਾਸਤੇ ਲੜ ਰਹੇ, ਹੁਣ ਤੁਹਾਨੂੰ ਆਉਣਾ ਪੈਣਾ ਹੈ ਜੀ। ਕਹਿਣ ਦਾ ਮਤਲਬ ਹੈ ਨਾ ਕਿ ਜਿਵੇਂ ਜਿਵੇਂ ਫੈਲਾਅ ਹੋਏਗਾ, ਫੈਲਾਅ ਤੋਂ ਹੀ ਉਹ ਡਰਦੇ ਨੇ, ਫੈਲਾਅ ਤੋਂ ਹੀ ਡਰਦੇ ਨੇ, ਹਾਂਜੀ ਹਾਂਜੀ ਬਿਲਕੁਲ, ਉਹ ਫੈਲਾਅ ਜਿਹੜਾ ਹੋ ਜਾਣਾ ਆ। ਕਿਉਂ? ਕਿਉਂਕਿ ਐਮਐਸਪੀ ਅੱਗੇ ਜਾ ਕੇ ਇੱਕ ਮੁੱਦਾ ਬਣ ਜਾਏਗੀ। ਠੀਕ ਹੈ, ਹੁਣ ਜੇ ਤੁਸੀਂ ਇਹਨਾਂ ਦਾ ਜਿਹੜਾ ਪੱਤਰ ਗਿਆ ਵਾ ਪ੍ਰਧਾਨ ਮੰਤਰੀ ਨੂੰ, ਉਹਦੇ ਤੇ ਜੇ ਤੁਸੀਂ ਮਾੜੀ ਜੀ ਨਜ਼ਰਸਾਨੀ ਕਰੋ ਤੇ ਕੋਈ ਮੇਰੇ ਖਿਆਲ ਦੇ ਨਾਲ ਕੋਈ ਵੱਡਾ ਇਸ਼ੂ ਨਹੀਂ ਹੈਗਾ ਉਹਦੇ 'ਚ। ਠੀਕ ਹੈ, ਕਿ ਕੇਂਦਰ ਸਰਕਾਰ ਵਾਸਤੇ ਉਹ ਬਹੁਤ ਵੱਡੀ ਗੱਲਬਾਤ ਆ। ਮਿਸਾਲ ਦੇ ਦਿੰਦਾ ਮੈਂ ਤੁਹਾਨੂੰ, ਬਿਜਲੀ ਸੋਧ ਬਿੱਲ ਆ, ਹਾਂਜੀ ਉਹ ਸਿਰਫ ਸੋਧ ਆ, ਉਹਦੇ 'ਚ ਹੋਰ ਕੁਛ ਨਹੀਂ ਹੈ। ਉਹ ਵੀ ਹਾਂਜੀ, ਉਹ ਵੀ ਰਾਜ ਜਿਹੜੇ ਹੁੰਦੇ ਆ ਉਹਨਾਂ ਦੇ ਅਧਿਕਾਰ ਖੇਤਰ ਦਾ ਮਸਲਾ ਹੈ, ਕੋਈ ਵੱਡੀ ਗੱਲ ਨਹੀਂ ਹੈਗੀ। ਆਪਾਂ ਡਿਸਕਸ ਕੀਤਾ ਪਰਾਲੀ ਵਾਲਾ ਮਸਲਾ ਹੈ ਜੀ, ਪਰਾਲੀ ਦੇ ਵਿੱਚ ਤੇ ਹੁਣ ਸਾਫ਼ ਹੋ ਗਿਆ ਕਿ ਪੰਜਾਬ ਹਰਿਆਣੇ ਦਾ ਭਾਈ ਦਿੱਲੀ 'ਚ ਕੋਈ ਯੋਗਦਾਨ ਨਹੀਂ ਹੈਗਾ ਜੀ ਜੀ, ਉਹ ਵੀ ਕੋਈ ਵੱਡਾ ਮਤਲਬ ਨਹੀਂ ਹੈ ਉਹਦਾ ਵੀ ਨਿਕਲਦਾ ਕਿ ਹਾਂ ਭਾਈ ਇਹ ਬੜਾ ਪਾਣੀ 'ਚ ਮਧਾਣੀ ਵਾਲਾ ਕੰਮ ਆ। ਨਹੀਂ ਅੱਛਾ, ਫਿਰ ਦੋ ਮੰਗਾਂ ਐਸੀਆਂ ਨੇ ਜੋ ਕਿਸਾਨਾਂ ਨਾਲ ਹੀ ਜੁੜੀਆਂ ਨੇ ਕਿ ਇੱਕ ਤਾਂ ਉਹਨਾਂ ਦੇ ਪਰਚੇ ਖਾਰਜ ਕਰ ਦਿਓ, ਠੀਕ ਹੈ, ਇੱਕ ਉਹਨਾਂ ਨੂੰ ਜੋ ਚੱਲ ਵਸੇ ਆ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਹੋ ਗਏ ਆ, ਉਹਨਾਂ ਨੂੰ ਮੁਆਵਜ਼ਾ ਤੇ ਵਸੇਬਾ ਦਿਓ। ਠੀਕ ਹੈ, ਉਹ ਵੀ ਕੋਈ ਵੱਡੀ ਗੱਲ ਨਹੀਂ। ਲਖੀਮਪੁਰ ਵਾਲਾ ਮਸਲਾ ਹੈ, ਉਹਦੇ 'ਚ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਉਹਦੀ ਬਰਖਾਸਤਗੀ ਮੰਨਦੇ ਆ, ਉਹ ਵੀ ਕੋਈ ਵੱਡੀ ਗੱਲ ਨਹੀਂ ਹੈ ਕਿ ਉਹ ਮੰਨ ਲੈਣ, ਤਾਂ ਮੰਗਦੇ ਆ ਕਿਸਾਨ ਆਗੂ। ਅੱਛਾ, ਲਾਸਟ ਤੇ ਹੈ ਜਿਹੜਾ ਉਹ ਹੈ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਲਈਏ ਇੱਕ ਘੋਲ ਦਾ ਕੇਂਦਰ ਹੈ, ਉਹ ਹੈ ਕਿ ਸਾਨੂੰ ਭਾਈ C2 + 50%, ਉਹ ਮੈਂ ਤੁਹਾਨੂੰ ਦੱਸੇ ਹੋਏ ਆ, ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਹੈ ਜਿਹੜਾ, ਉਹ ਜਦੋਂ ਭਾਅ ਨਿਰਧਾਰਿਤ ਕਰਦਾ, ਤੈਅ ਕਰਦਾ ਹੈ ਕਿਸੇ ਵੀ ਕਿਸਾਨੀ ਜਿਣਸ ਦੇ, ਤਾਂ ਉਹ ਇੱਕ ਫਾਰਮੂਲਾ ਚੱਕਦਾ ਹੈ। ਠੀਕ ਹੈ, ਜਿੱਦਾਂ C2 ਕੀ ਆ, C2 ਦੇ ਵਿੱਚ ਆ ਜਾਏਗਾ ਜਿੱਦਾਂ ਤੁਸੀਂ ਜ਼ਮੀਨ ਠੇਕੇ ਤੇ ਲੈਂਦੇ ਹੋ ਜਾਂ ਤੁਸੀਂ ਟਰੈਕਟਰ ਕਰਜ਼ੇ ਤੇ ਲਿਆ ਹੈ, ਤਾਂ ਉਹਦੀ ਵਿਆਜ ਵਗੈਰਾ ਜਿਹੜੀ ਉਹ ਸਾਰੀ ਇਨਕਲੂਡ ਹੋ ਜਾਂਦੀ ਹੈ, ਔਰ ਉੱਤੇ 50% + 50% ਮੁਨਾਫਾ ਆ ਗਿਆ। ਤਾਂ ਕੁੱਲ ਮਿਲਾ ਕੇ ਇੱਕ ਮਿਸਾਲ ਦੇ ਦਿੰਦੇ ਆਪਾਂ ਕਿ ਜਿੱਦਾਂ 2000 ਰੇਟ ਆ ਕਣਕ ਦਾ, ਉਹ ਵੱਧ ਕੇ 27-2800 ਹੋ ਜਾਏਗਾ ਐਮਐਸਪੀ ਦੇ ਮੁਤਾਬਕ। ਉਹਦਾ ਫਾਰਮੂਲੇ ਦਾ ਫਾਇਦਾ ਇਹ ਹੈ, ਔਰ ਐਮਐਸਪੀ ਦੀ ਗਰੰਟੀ। ਹੁਣ ਬਿਹਾਰ ਵਾਲਿਆਂ ਦੀ ਤਾਂ 1200 ਨੂੰ ਵਿਕਦੀ ਹੈ, ਕਿਉਂ ਨਾ ਮੰਗਣਗੇ? ਮੈਂ ਤੁਹਾਨੂੰ ਉਹੀ ਤੇ ਗੱਲ ਕਹੀ ਹੈ ਨਾ ਕਿ, ਔਰ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਨੂੰ ਕਿ ਗਰਾਰੀ ਇੱਥੇ ਫਸਣੀ ਹੈ, ਗਰਾਰੀ ਇੱਥੇ ਫਸਣੀ ਹੈ ਐਮਐਸਪੀ ਜਾਂ C2 + 50% ਵਾਲੇ ਤੇ, ਕਿਉਂਕਿ ਇਹਦੇ ਨਾਲ ਨਾ ਸਿਰਫ ਭਾਰਤ ਸਰਕਾਰ ਦਾ ਬਜਟ ਗੜਬੜਾਏਗਾ, ਬਲਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੌਮਾਂਤਰੀ ਬਾਜ਼ਾਰ ਦੇ ਵਿੱਚ ਜੋ ਸਮਝੌਤੇ ਇਹਨਾਂ ਦੇ ਉਹ ਹਿੱਤ ਆ ਜਾਣੇ ਆ ਇਹਨਾਂ ਦੇ। ਤੀਜੀ ਚੀਜ਼ ਜਿਹੜੀ ਆ, ਕਾਰਪੋਰੇਟ ਦਾ ਇੱਕ ਸੁਪਨਾ ਆ, ਉਹਨਾਂ ਦੀ ਇੱਕ ਰੀਝ ਆ ਕਿ ਦਵਾ ਦਵਾ ਇੱਧਰੋਂ ਵੀ ਪੈ ਜਾਈਏ। ਚੌਥੀ ਗੱਲ ਪ੍ਰਵੀਨ ਜੀ ਇਹ ਆ ਕਿ ਜੇ ਤੁਸੀਂ ਵੇਖੋ ਤੇ ਉਹ ਪੈਸਾ ਜਾਣਾ ਕਿੱਥੇ ਆ? ਪੈਸਾ ਤੇ ਇੱਕ ਗਰੀਬ ਦੀ ਜੇਬ 'ਚ ਜਾਣਾ ਹੈ, ਜਿਹੜਾ ਵਰਗ ਹਾਸ਼ੀਏ ਤੇ ਹੈ ਇਸ ਸਮਾਜ ਦੇ ਵਿੱਚ, ਚਾਹੇ ਉਹ ਖੇਤ ਮਜ਼ਦੂਰ ਆ ਚਾਹੇ ਕਿਸਾਨ ਆ, ਉਹਦੇ ਕੋਲ ਜਾਏਗਾ ਤਾਂ ਬਾਜ਼ਾਰ ਦੇ ਵਿੱਚ ਹੀ ਆਉਣਾ ਹੈ। ਜਿਹੜੇ ਬੰਦੇ ਜ਼ਿਆਦਾ ਹੀ ਨੈਗੇਟਿਵ ਹੋ ਕੇ ਸੋਚਦੇ ਆ, ਇਹ ਸੋਚੋ ਕਿ ਜੇ 15 ਲੱਖ ਕਰੋੜ ਰੁਪਈਆ ਐਕਸਟਰਾ ਦਿੰਦੇ ਨੇ ਐਮਐਸਪੀ ਜਾਂ ਹੋਰ ਸਕੀਮਾਂ ਵਾਸਤੇ, ਤਾਂ ਕਿੱਥੇ ਜਾਏਗਾ? 10 ਲੱਖ ਕਰੋੜ ਜਾਂ 4 ਲੱਖ ਕਰੋੜ ਕਿੱਥੇ ਜਾਏਗਾ? ਬਾਜ਼ਾਰ 'ਚ ਹੀ ਆਣਾ ਨਾ। ਸੋ ਕਹਿਣ ਦਾ ਮਤਲਬ ਇਹ ਆ ਕਿ ਮੈਨੂੰ ਤਾਂ ਇਉਂ ਲੱਗਦਾ ਆ ਕਿ ਇੱਕ ਮਰਹਲਾ ਕਿਸਾਨੀ ਅੰਦੋਲਨ ਦਾ ਜਿਹੜਾ ਉਹ ਪੂਰਾ ਹੋਇਆ, ਦੂਸਰਾ ਸ਼ੁਰੂ ਹੋ ਜਾਏਗਾ ਐਮਐਸਪੀ ਨੂੰ ਲੈ ਕੇ। ਦੂਜੇ ਮੁੱਦੇ ਜਿਹੜੇ ਆ ਉਹ ਕੋਈ ਵੱਡਾ ਖਲਾਰਾ ਨਹੀਂ ਰੱਖਦੇ, ਠੀਕ ਹੈ, ਉਹ ਵੱਡਾ ਖਲਾਰਾ ਨਹੀਂ ਰੱਖਦੇ, ਉਹ ਸਮੇਟੇ ਜਾ ਸਕਦੇ ਆ। ਇਹ ਜਿਹੜੀ ਲੜਾਈ ਆ ਇਹ ਫਿਰ ਦੇਸ਼ ਪੱਧਰ ਤੇ ਨਾ ਫੈਲੇ, ਇਹ ਵਿਚਾਲੜਾ ਰਸਤਾ ਜਿਹੜਾ ਉਹ ਕੱਢ ਸਕਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਇਹ ਜਿਹੜੀ ਗੱਲ ਆ ਨਾ, ਕਿਸਾਨ ਆਗੂ ਭਲੀ ਭਾਂਤ ਸਮਝਦੇ ਆ। ਇੱਕ ਨਾ ਸਾਡੇ ਕਲਚਰ ਦੇ ਵਿੱਚ, ਪਤਾ ਨਹੀਂ ਹੁਣ ਗੱਲ ਕਹੀਏ ਜਾਂ ਨਾ ਕਹੀਏ, ਇੱਕ ਨਾ ਕਹਾਵਤ ਵਰਤੀ ਜਾਂਦੀ ਸੀ ਕਿ ਖੂਹ 'ਚ ਡਿੱਗਾ ਵੈੜ ਕਾ ਖਸੀ ਕਰ ਲੋ। ਮਤਲਬ ਕਿ ਹੁਣ ਖੂਹ 'ਚ ਪੈ ਗਿਆ, ਬਹੁਤੇ ਉਹ ਪਿਛੰਡੇ ਮਾਰ ਨਹੀਂ ਸਕਦਾ, ਤੇ ਹੁਣ ਲੱਗਦੇ ਹੱਥੋਂ ਦਾ ਕੰਮ ਨਿਬੇੜ ਲਓ। ਜੀ ਜੀ ਸਹੀ ਹੈ।
ਪਰਿਵਾਰ ਨਿਯੋਜਨ ਵਾਲਾ ਕੰਮ ਕਰ ਲਓ। ਸੋ ਕਹਿਣ ਦਾ ਭਾਵ ਇਹ ਆ ਕਿ ਕਿਸਾਨ ਆਗੂ ਭਲੀ ਭਾਂਤ ਇਹ ਗੱਲ ਸਮਝ ਚੁੱਕੇ ਆ ਕਿ ਅਸੀਂ ਪੰਜਾਬ ਚੋਂ ਤੁਰੇ ਸੀ, ਸਾਡੀ ਇੱਕ ਮੰਗ ਸੀ, ਹਰਿਆਣੇ ਚਾਹੇ ਮੰਗ ਵੱਖਰੀ ਹੋਈ, ਹੁਣ ਦੇਸ਼ ਵਿਆਪੀ ਹੈ ਤਾਂ ਇਸ ਮਾਮਲੇ ਨੂੰ ਦੇਸ਼ ਵਿਆਪੀ ਦਾਇਰੇ 'ਚ ਲਿਆ ਕੇ ਅਸੀਂ ਉਸ ਦਾਇਰੇ 'ਚ ਲਿਆ ਕੇ ਸਮੂਹ ਕਿਸਾਨ ਆ ਜਿਹੜੇ ਇੰਡੀਆ ਦੇ, ਉਹਨਾਂ ਦੀ ਮੰਗ ਨੂੰ ਉਛਾਲੀਏ ਜੀ। ਤਾਂ ਇਹ ਹੈ ਇਸ ਟਾਈਮ ਰਣਨੀਤੀ ਦੋਏ ਪਾਸਿਓਂ, ਉਧਰੋਂ ਵੀ ਗਰਾਰੀ ਫਸੀ ਹੋਈ ਆ, ਉਧਰੋਂ ਵੀ ਗਰਾਰੀ ਫਸੀ ਹੋਈ। ਹਾਂਜੀ ਬਿਲਕੁਲ ਬਿਲਕੁਲ, ਕਿ ਵਿਚਾਲੜਾ ਰਸਤਾ ਕਿਹੜਾ, ਹਾਂਜੀ ਵਿਚਾਲੜਾ ਰਸਤਾ ਕਿਹੜਾ ਕੱਢੀਏ ਜੀ। ਬਿਲਕੁਲ, ਕਿਉਂ ਨਾ ਕਿਸਾਨਾਂ ਦੇ ਸਿਆਸਤ ਦੇ ਵਿੱਚ ਜਾਣ ਬਾਰੇ ਵੀ ਚਰਚਾ ਕਰ ਲਈਏ, ਕਿਉਂਕਿ ਇਸ ਵੇਲੇ ਚਰਚਾਵਾਂ ਇਹ ਨੇ ਕਿ ਹੁਣ ਕਿਸਾਨਾਂ ਨੂੰ ਸਿਆਸਤ ਦੇ ਵਿੱਚ ਆ ਜਾਣਾ ਚਾਹੀਦਾ ਹੈ। ਮੈਨੂੰ ਜੀ ਵਿਚਾਰਧਾਰਕ ਤੌਰ ਤੇ ਦੇਖੀਏ ਤਾਂ ਜਿਸ ਤਰੀਕੇ ਨਾਲ ਕਿਸਾਨ ਤਰਕ ਦਿੰਦੇ ਨੇ, ਕਿਸਾਨ ਜਥੇਬੰਦੀਆਂ ਦੀ ਆਈਡੀਓਲੋਜੀਜ਼ ਆ ਬਹੁਤ ਜ਼ਿਆਦਾ ਜੜ੍ਹਾਂ ਦੀ, ਉਹਨਾਂ ਦਾ ਕਹਿਣਾ ਕੁਝ ਹੋ ਰਿਹਾ, ਪਰ ਜਿਸ ਤਰੀਕੇ ਨਾਲ ਹੁਣ ਲੋਕ ਮੰਗ ਉੱਠੀ ਹੈ ਕਿ ਯਾਰ ਤੁਸੀਂ ਇਧਰੋਂ ਸਰਕਾਰ ਨੂੰ ਝੁਕਾ ਲਿਆ ਪਰ ਇੱਕ ਆਪਦੀ ਸਰਕਾਰ ਵੀ ਬਣਾਓ, ਤਾਂ ਇਹਦੇ ਚੋਂ ਕੀ ਨਿਕਲ ਸਕਦਾ ਹੈ? ਚਰਚਾਵਾਂ ਨੇ ਕਿ ਕਿਸਾਨ ਸਿਆਸਤ ਦੇ ਵਿੱਚ ਆ ਸਕਦੇ ਨੇ, ਜਦ ਕਿ ਸਿੱਧੇ ਤੌਰ ਤੇ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਆਵਾਂਗੇ ਜਾਂ ਨਹੀਂ ਆਉਂਦੇ। ਨਹੀਂ ਦੇਖੋ, ਜੇ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਆ ਜੀ, ਜੇ ਇੱਥੇ ਜਿਹੜੇ ਹਿਸਟਰੀ ਸ਼ੀਟਰ ਰਹੇ ਨੇ ਉਹ ਕੈਬਨਿਟ ਦੇ ਵਿੱਚ ਆ ਸਕਦੇ ਨੇ, ਜੇ ਇੱਥੇ ਪੰਜਾਬ ਦੇ ਵਿੱਚ ਵੀ ਦੇਖੋ ਇਹ ਇਤਿਹਾਸ ਬਣ ਸਕਦਾ ਹੈ ਕਿ ਚਰਨਜੀਤ ਸਿੰਘ ਹੋਰੀ ਕਹਿੰਦੇ ਕਿ ਮੈਂ ਪਟਾਕੇ ਵੀ ਵੇਚਦਾ ਰਿਹਾ, ਟੈਂਟ ਵੀ ਲਾਉਂਦਾ ਰਿਹਾ, ਉਹ ਬਣ ਸਕਦੇ ਨੇ। ਤੇ ਇਹ ਵੀ ਤੇ ਕਿਰਤੀ ਲੋਕ ਨੇ, ਹਲਵਾਹਕ ਨੇ, ਇਹ ਵੀ ਖੇਤਾਂ ਦੇ ਪੋਤੇ, ਜੇ ਆ ਜਾਣਗੇ ਤਾਂ ਕੀ ਫਰਕ ਪੈਂਦਾ। ਪਰ ਮੇਰਾ ਮੰਨਣਾ ਉਹ ਆ ਚੁੱਕੇ ਨੇ, ਕਿਸਾਨ ਤੇ ਹੈ ਰਾਜਨੀਤੀ 'ਚ ਜੀ। ਆ ਕੌਣ ਨੇ? ਅਮਰਿੰਦਰ ਸਿੰਘ ਹੋਰੀ, ਪੁੱਛ ਲਓ ਇਹਨਾਂ ਨੂੰ। ਸੁਖਬੀਰ ਸਿੰਘ ਬਾਦਲ ਕੌਣ ਆ? ਉਹ ਤਾਂ ਹਾਲੇ ਵੀ ਪਿੰਡ ਰਹਿੰਦੇ ਨੇ ਕਿਸਾਨ। ਪਰ ਇਹ ਕਿਸਾਨ ਉਹ ਕਿਸਾਨ ਨੇ ਜਿਹੜੇ ਧੰਨੇ ਸੇਠਾਂ ਤੋਂ ਵੀ ਵੱਡੇ ਜ਼ਿਮੀਂਦਾਰ ਨੇ। ਬਿਲਕੁਲ ਹੈ, ਕਿਸਾਨ ਰਾਜਨੀਤੀ 'ਚ ਹੈ, ਠੀਕ ਹੈ, ਪਰ ਕਿਸਾਨੀ ਦਾ ਆਉਣਾ ਬਾਕੀ ਆ। ਕੀ ਬਾਤ ਹੈ, ਸਹੀ ਹੈ। ਕਿਸਾਨ ਆ ਚੁੱਕਾ ਸੀ, ਹੁਣ ਕਿਸਾਨੀ ਆਏਗੀ ਜੀ, ਹੁਣ ਕਿਸਾਨੀ ਆਏਗੀ ਔਰ ਆ ਚੁੱਕੀ ਆ ਉਹ। ਅੱਛਾ, ਜੇ ਤੁਸੀਂ ਉਹਨੂੰ ਬਰੀਕ ਚਸ਼ਮੇ ਨਾਲ ਦੇਖੋਗੇ ਨਾ ਤੁਹਾਨੂੰ ਨਜ਼ਰ ਆਏਗੀ। ਪਰ ਇਸ ਦਾ ਪੋਸਟਰ ਦੇਖ ਕੇ ਹਲੇ ਤੱਕ ਤਾਂ ਕਿਸੇ ਆਗੂ ਦੇ ਨਹੀਂ ਆਗੂ ਹੁਣ ਥੋੜਾ ਨਾ, ਮਤਲਬ ਕਿ ਜਿੱਦਾਂ ਕਹਿ ਲਓ ਕਿ ਉਹਨਾਂ ਦੇ ਅੰਦਰ ਥੋੜਾ ਹੁਣ ਕਰਵਟ ਆਉਣਾ ਸਟਾਰਟ ਹੋ ਜਾਏਗਾ ਜੀ। ਤੁਸੀਂ ਇੱਕ ਚੀਜ਼ ਦੇਖੋ ਕਿ ਕਿਸਾਨੀ ਰਾਜਨੀਤੀ 'ਚ ਕਿਵੇਂ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਧਾਰਨ ਕਿਸਾਨ ਚੌਂਕ 'ਚ ਖਿਲਾਰ ਲੈਂਦਾ ਹੈ। ਇਹ ਸਹੀ ਹੈ। ਕਿਸਾਨੀ ਪੰਜਾਬ ਦੀ ਰਾਜਨੀਤੀ 'ਚ ਕਿਸ ਤਰ੍ਹਾਂ ਦਾਖਲ ਹੋ ਰਹੀ ਹੈ ਜੀ ਕਿ ਅੱਜ ਸਾਰੀਆਂ ਪਾਰਟੀਆਂ ਜਦੋਂ ਏਜੰਡੇ ਸੈੱਟ ਕਰ ਰਹੀਆਂ ਤਾਂ ਸਭ ਤੋਂ ਉੱਤੇ ਹੈ ਕਿਸਾਨ। ਬਿਲਕੁਲ ਸਹੀ ਹੈ, ਇਹ ਮੰਨਣਾ ਪਏਗਾ। ਅੱਜ ਜਦੋਂ ਸਾਰੇ ਪਾਸੇ ਗੱਲ ਚੱਲ ਰਹੀ ਹੈ ਕਿਸਾਨੀ ਦੀ ਜੀ, ਹਰੇਕ ਬੰਦਾ ਜਿਹੜਾ ਵੀ ਲੀਡਰ ਇਸ ਟਾਈਮ ਲੱਗਿਆ ਹੋਇਆ ਕਿ ਮੈਂ ਵੋਟਾਂ ਲੈਣੀਆਂ, ਉਹ ਕਿਸਾਨੀ ਦੇ ਮੁੱਦੇ ਤੋਂ ਲਾਂਭੇ ਜਾ ਹੀ ਨਹੀਂ ਸਕਦਾ। ਇਟ ਮੀਨ ਕਿ ਕਿਸਾਨੀ ਇਨਵੋਲਵ ਹੈ ਜੀ। ਬਿਲਕੁਲ ਹੈ, ਕਿਸਾਨੀ ਜਿਹੜੀ ਹੈ ਸਵਾਲ ਪੁੱਛ ਰਹੀ ਹੈ। ਕਦੇ ਕਿਸੇ ਵਪਾਰੀ ਵਰਗ ਨੇ ਸ਼ਾਇਦ ਇੰਨਾ ਤੀਖਣ ਵਿਰੋਧ ਨਹੀਂ ਕੀਤਾ ਹੋਏਗਾ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ, ਕਦੇ ਮਜ਼ਦੂਰ ਵਰਗ ਨੇ ਵੀ ਇੱਥੋਂ ਤੱਕ ਸਫਲਤਾ ਹਾਸਲ ਨਹੀਂ ਕੀਤੀ ਹੋਏਗੀ। ਸਾਰੀਆਂ ਐਸੋਸੀਏਸ਼ਨ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਸਰਕਾਰ। ਬਿਲਕੁਲ, ਕਿਸਾਨੀ ਜੇ ਰਾਜਨੀਤੀ 'ਚ ਜੜ ਹੁਣ ਨਾ ਜਮਾ ਰਹੀ ਹੁੰਦੀ ਤਾਂ ਸੀਐਮ ਆ ਕੇ ਕਿਸਾਨ ਆਗੂਆਂ ਤੋਂ ਮਾਫੀ ਨਾ ਮੰਗਦਾ ਜੀ। ਸੀਐਮ ਆ ਕੇ, ਮੌਕੇ ਦਾ ਸੀਐਮ ਆ ਕੇ ਮਾਫੀ ਮੰਗਦਾ, ਇਹ ਪ੍ਰਾਪਤੀ ਹੈ ਬਹੁਤ। ਸੋ ਪੰਜਾਬ ਦੀ ਰਾਜਨੀਤੀ 'ਚ ਕਿਸਾਨ ਪਹਿਲਾਂ ਆ ਗਿਆ ਸੀ, ਹੁਣ ਜਿਹੜੀ ਅਸਲ ਕਿਸਾਨੀ ਆ ਉਹ ਵੀ ਆ ਰਹੀ ਹੈ। ਕਿਸਾਨ ਦਾ ਮਤਲਬ ਇਹ ਹੈ ਕਿ ਸਾਰੇ ਤਾਂ ਨਹੀਂ ਕਹਿ ਰਹੇ ਆਪਾਂ ਕਿ ਕਿਸਾਨ ਤਾਂ ਪਹਿਲਾਂ ਵੀ ਆਏ ਨੇ, ਅਸੈਂਬਲੀ ਤੱਕ ਪਹੁੰਚੇ ਨੇ, ਮੁੱਖ ਮੰਤਰੀ ਵੀ ਬਣੇ ਨੇ ਸਰ, ਪਰ ਜਿਹੜੀ ਹੁਣ ਹਾਸ਼ੀਏ ਤੇ ਸੀ ਕਿਸਾਨੀ ਉਹ ਵੀ ਰਾਜਨੀਤੀ 'ਚ ਆ ਰਹੀ ਆ। ਠੀਕ ਆ, ਜਿਵੇਂ ਰਾਜੇਵਾਲ ਜੀ ਨੂੰ ਪੁੱਛਿਆ ਤੁਸੀਂ ਆ ਰਹੇ ਹੋ ਰਾਜਨੀਤੀ 'ਚ, ਉਹ ਕਹਿੰਦੇ ਨੋ ਕਮੈਂਟ। ਨੋ ਕਮੈਂਟ ਦਾ ਮਤਲਬ ਕੀ ਹੁੰਦਾ? ਹਾਂਜੀ, ਕਿਹਾ ਉਹਨਾਂ ਨੇ ਰਾਜਨੀਤੀ 'ਚ ਆ ਰਹੇ ਹੋ ਕਿ ਨਹੀਂ, ਹਾਲੇ ਟਿੱਪਣੀ ਨਹੀਂ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਨਾ ਕਰ ਦਿੱਤੀ ਆ। ਉਹ ਪਹਿਲਾਂ ਤੇ ਕਹਿੰਦੇ ਸੀ ਕਿ ਨਾ 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 ਅਸੀਂ ਨਹੀਂ ਆਉਣਾ, ਕਾਕੇ ਹੁਣ ਉਹ ਨੋ ਕਮੈਂਟ ਤੇ ਆ ਗਏ ਤੇ ਗਾਂ ਯੈਸ ਵੀ ਹੋ ਸਕਦੀ ਹੈ। ਬਿਲਕੁਲ ਹੋ ਸਕਦੀ ਹੈ। ਜੇ ਨਹੀਂ ਵੀ ਆਉਂਦੇ ਤਦ ਵੀ ਜੇ ਤੁਸੀਂ ਦੇਖੋਗੇ ਤਾਂ ਰਾਜਨੀਤੀ, ਪੰਜਾਬ ਦੀ ਰਾਜਨੀਤੀ ਜਿਹੜੀ ਆ ਉਹਦੀ ਤਕਦੀਰ, ਤਦਬੀਰ, ਤਸਵੀਰ ਜਿਹੜੀ ਹੈ ਕਿਸਾਨੀ ਬਦਲੇਗੀ। ਇਹ ਤੁਸੀਂ ਦੇਖਿਓ, ਜਦ ਅਸੀਂ 5 ਕੁ ਸਾਲ ਪਹਿਲਾਂ ਇਸ ਤਰ੍ਹਾਂ ਦੀ ਗੱਲ ਕਰਦੇ ਹੁੰਦੇ ਸੀਗੇ ਤੇ ਸਾਨੂੰ ਹੇਠਾਂ ਮਜ਼ਾਕ ਹੁੰਦੇ ਸਨ
ਤੇ ਮੈਂ ਹਮੇਸ਼ਾ ਆਸਵੰਦ ਸੀਗਾ ਕਿ ਇਸ ਧਰਤੀ ਤੇ ਬਦਲਾਅ ਆਉਣਾ ਹੀ ਆਉਣਾ ਹੈ ਜੀ ਹੈ ਰਾਜਨੀਤੀ ਦੇ ਵਿੱਚ ਵੀ ਆਉਣਾ ਹੈ। ਜੇ ਕਿਸਾਨੀ ਨਾ ਵੀ ਸਿੱਧੇ ਤੌਰ ਤੇ ਕੋਈ ਪਾਰਟੀ ਬਣਾ ਕੇ ਆਏਗੀ, ਝੜੂਨੀ ਸਾਹਿਬ ਤੇ ਹੈਗੇ ਹੀ ਆ ਨਾ, ਤੇ ਦੂਜੀ ਗੱਲ ਇਹ ਹੈ ਕਿ ਉਹ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਇਸ ਰਾਜਨੀਤੀ ਨੂੰ ਲਈ ਜ਼ਰੂਰ ਤੋੜ ਸਕਦੀ ਹੈ। ਹਾਂ, ਜਿਹੜੀ ਕਿ ਹੋਛੀ ਹੋ ਚੁੱਕੀ ਹੈ। ਹਾਂਜੀ ਹਾਂਜੀ। ਚਰਚਾ ਕਰਦੇ ਹਾਂ ਕਪਤਾਨ ਸਾਹਿਬ ਬਾਰੇ ਵੀ ਅਗਲੇ ਮਸਲਿਆਂ ਦੇ ਵਿੱਚ। ਰੁਖ ਕਰਦੇ ਹਾਂ ਪਟਿਆਲੇ ਦੀ ਸਿਆਸਤ ਦਾ। ਵੈਸੇ ਪਟਿਆਲੇ ਤੋਂ ਸਿਆਸਤ ਕਰਨ ਵਾਲੇ ਆਪਣੇ ਆਪ ਨੂੰ ਪੰਜਾਬ ਦੀ ਸਿਆਸਤਦਾਨ ਦੇ ਖੁੰਡ ਕਹਾਉਂਦੇ ਨੇ। ਗੱਲ ਕਰਾਂਗੇ ਕਪਤਾਨ ਸਾਹਿਬ ਦੀ ਤੇ ਗੱਲ ਕਰਾਂਗੇ ਸਿੱਧੂ ਸਾਹਿਬ ਦੀ। ਮਿੰਟੂ ਜੀ, ਬਿਆਨ ਸਾਰਿਆਂ ਨੂੰ ਚੰਗੀ ਤਰ੍ਹਾਂ ਯਾਦ ਨੇ। ਕੋਈ ਕਦੇ ਕਹਿੰਦੇ ਸੀ ਮੇਰੇ ਹੁੰਦੇ ਇਹ ਪੰਜਾਬ ਕਾਂਗਰਸ ਪ੍ਰਧਾਨ ਨਹੀਂ ਬਣ ਸਕਦਾ, ਮੇਰੇ ਹੁੰਦੇ ਇਹ ਨਹੀਂ ਹੋ ਸਕਦਾ। ਉਹ ਸਾਰਾ ਵਕਤ ਲੰਘ ਗਿਆ। ਉਹ ਹੁਣ ਆਪਾਂ ਹੁਣ ਦੀ ਗੱਲ ਕਰਦੇ ਹਾਂ। ਕੈਪਟਨ ਸਾਹਿਬ ਕਹਿੰਦੇ ਵੀ ਵੇਖਦੇ ਆ, ਵੈਸੇ ਪਟਿਆਲੇ ਮੜਕ ਜੀ ਮਾਰੀ ਉਹਨਾਂ ਨੇ। ਹਾਂਜੀ, ਦੇਖੋ ਅਮਰਿੰਦਰ ਸਿੰਘ ਬਾਰੇ ਉਹਨਾਂ ਦੀ ਸੁਪਤਨੀ ਪ੍ਰਨੀਤ ਕੌਰ ਕਹਿ ਰਹੀ ਸੀਗੀ ਜੀ, ਉਹ ਕਹਿੰਦੇ ਕਿ ਦੇਖੋ ਇਹ ਗੱਲ ਕਹਿ ਕੇ ਤੇ ਗੱਲ ਤੇ ਖੜਨ ਵਾਲੇ ਆ। ਅੱਛਾ, ਵਾਹ। ਇੰਨਾ ਹੀ ਜ਼ਿਆਦਾ ਖੜਨ ਵਾਲੇ ਆ ਕਿ ਮਤਲਬ ਕਿ ਇਹਨਾਂ ਨੂੰ ਤੇ ਉੱਥੋਂ ਨਾ ਕ੍ਰੇਨ ਨਾਲ ਹੀ ਹਿਲਾਉਣਾ ਪੈਂਦਾ, ਆਪਣੇ ਆਪ ਨਹੀਂ ਹਿਲਦੇ। ਇੰਨਾ ਤਕੜਾ ਪੈਰਾ ਇਹਨਾਂ ਦਾ। ਦੇਖੋ ਮੇਰੇ ਖਿਆਲ ਦੇ ਨਾਲ ਕਈ ਮੁੱਦਿਆਂ ਤੇ ਆ ਆਪਾਂ ਦੇਖਿਆ ਕਿ ਇਹ ਲਾਟੂ ਵਾਂਗੂ ਘੁੰਮ ਜਾਂਦੇ ਆ। ਬੇਪੈਂਦਾ ਜਿਹੜਾ ਲੋਟਾ ਨਹੀਂ ਹੁੰਦਾ ਜੀ, ਪੈਂਦੇ ਵਾਲਾ ਲੋਟਾ, ਹੁਣ ਤੇ ਲੋਟਿਆਂ ਦਾ ਜ਼ਮਾਨਾ ਘਟਿਆ। ਉਹ ਥੱਲੇ ਕੜਾ ਜਿਹਾ ਜਿਹੜਾ ਲੱਗਾ ਹੁੰਦਾ, ਹਾਂਜੀ, ਤੇ ਉਹ ਨਾ ਹੋਵੇ ਤੇ ਉਹ ਐ ਰੜ ਗਿਆ, ਕਦੇ ਇੱਧਰ ਰੜ ਗਿਆ, ਕਦੇ ਉੱਧਰ ਰੜ ਗਿਆ। ਬੇਪੈਂਦਾ ਲੋਟਾ ਜੀ ਉਹਨੂੰ ਕਹਿ ਦਿੰਦੇ ਆ। ਠੀਕ ਹੈ। ਅੱਛਾ, ਗੱਲ ਇਹ ਆ ਕਿ ਇਹ ਤੇ ਕਹਿੰਦੇ ਸੀ ਮੈਂ ਇਲੈਕਸ਼ਨ ਹੀ ਨਹੀਂ ਲੜਨਾ, ਐਤਕੀ ਆਖਰੀ ਵਾਰ ਇਲੈਕਸ਼ਨ ਆ। ਹਾਂਜੀ, ਫਿਰ ਕਹਿੰਦੇ ਨਹੀਂ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ। ਜਦੋਂ ਤੱਕ ਪੰਜਾਬ ਨਰੋਆ ਨਹੀਂ ਹੁੰਦਾ, ਬੰਦਾ ਪੁੱਛੇ ਵੀ ਤੁਸੀਂ 40 ਸਾਲ ਕੀ ਕਰਦੇ ਰਹੇ ਜੇ, ਇਹਨੂੰ ਬਿਮਾਰੀ ਕਰਦੇ ਰਹੇ, ਹੁਣ ਇਹਦਾ ਇਲਾਜ ਕਰਨਾ ਵਾ। ਹਾਂਜੀ, ਹੁਣ ਪਹਿਲਾਂ ਕਹਿੰਦੇ ਸੀਗੇ ਕਿ ਦੇਖੋ ਜੀ ਮੈਂ ਉੱਥੋਂ ਲੜੂੰਗਾ ਜਾਂ ਉੱਥੇ ਜਾ ਕੇ ਮੁਕਾਬਲਾ ਕਰੂੰ ਜਿੱਥੋਂ ਸਿੱਧੂ ਇਲੈਕਸ਼ਨ ਲੜੇਗਾ ਜੀ। ਹੁਣ ਕਹਿੰਦੇ ਆ ਕਿ ਨਹੀਂ 400 ਸਾਲ ਦਾ ਸਾਥ ਆ ਪਟਿਆਲੇ ਦਾ। ਵਾਹ, ਕਿਵੇਂ ਛੱਡ ਦੇਵਾਂ ਜੀ, ਕਿਵੇਂ ਛੱਡ ਦੇਵਾਂ। ਹੁਣ ਇਹਨਾਂ ਨੂੰ ਪਟਿਆਲੇ ਦੇ ਪਟਿਆਲਵੀ ਲੋਕਾਂ ਦੇ ਨਾਲ ਮੁਹੱਬਤ ਹੋ ਗਈ ਆ। ਬਿਲਕੁਲ, ਅਸਲ ਵਿੱਚ ਰਹੇ ਸਿਸਮਾ ਰਹੇ ਸਿਸਮਾ ਪਟਿਆਲੇ ਦੇ ਲੋਕ ਜਿਹੜੇ ਆ ਉਹ ਕਿੰਨਾ ਕੁ ਸੁੱਖ ਭੋਗਦੇ ਹੋਣਗੇ ਇਹਨਾਂ ਦੇ ਰਾਜ ਦੇ ਵਿੱਚ ਜੀ। ਉਹ ਪਤਾ ਲੱਗ ਹੀ ਰਿਹਾ ਨਾ ਕਿ ਹੁਣ ਕਾਉਂਸਲਰ ਕਿਸੇ ਪਾਸੇ ਤੇ ਕੀ ਰੌਲਾ ਸ਼ੌਲਾ ਚੱਲਦਾ ਪਿਆ ਜੀ। ਅੱਛਾ ਚਲੋ ਉਹ ਵੀ ਗੱਲਾਂ ਛੱਡੋ। ਪ੍ਰਵੀਨ ਜੀ, ਇੱਕ ਗੱਲ ਜਿਹੜੀ ਆ ਨਾ ਉਹ ਸਾਫ਼ ਆ ਕਿ ਪਿਛਲੇ ਵਾਰੀ ਇਹਨਾਂ ਨੂੰ 72,000 ਵੋਟ ਪਈ ਸੀ ਪਟਿਆਲੇ ਤੋਂ। ਠੀਕ ਹੈ, 72,800 ਸਮਥਿੰਗ ਜੀ। ਤੇ ਦੂਜੇ ਨੰਬਰ ਤੇ ਜਿਹੜੇ ਕੈਂਡੀਡੇਟ ਸੀ ਡਾਕਟਰ ਬਲਵੀਰ ਸਿੰਘ ਸੀ ਜੀ। ਯਾਦ ਹੈ ਤੁਹਾਨੂੰ, ਆਮ ਆਦਮੀ ਪਾਰਟੀ ਚ ਹੁੰਦੇ ਸੀ। ਸੁਖਪਾਲ ਸਿੰਘ ਖਹਿਰੇ ਦੇ ਨਾਲ ਇੱਟ ਖੜੀਕਾ ਲੈਣ ਵਾਸਤੇ ਸਪੈਸ਼ਲ ਹੀ ਰੱਖਿਆ ਸੀ ਉਹਨਾਂ ਨੂੰ। ਅੱਛਾ ਠੀਕ ਹੈ, ਉਹ ਡਾਕਟਰ, ਹਾਂਜੀ, ਡਾਕਟਰ ਬਲਵੀਰ ਸਿੰਘ। ਉਹਨਾਂ ਨੂੰ ਪਈਆਂ ਸੀ 20,000 ਜੀ। ਠੀਕ ਹੈ, 20,000 ਵੋਟ ਸੀ। ਹਿਸਾਬ ਲਾ ਲਓ ਕਿੰਨਾ ਵੱਡਾ ਫਰਕ ਹੈ, ਬਹੁਤ ਵੱਡਾ, 50,000। ਉਸ ਤੋਂ ਪਹਿਲਾਂ ਜੇ ਤੁਸੀਂ ਦੇਖੋਗੇ ਕੋਹਲੀ ਸਾਹਿਬ ਨੇ ਜਦੋਂ ਇਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਸੀਗੀ, ਉਦੋਂ ਵੀ ਬਹੁਤ ਵੱਡਾ ਫਰਕ ਸੀਗਾ। ਠੀਕ ਹੈ, ਉਦੋਂ ਵੀ ਬਹੁਤ ਵੱਡਾ ਫਰਕ ਸੀਗਾ ਜਿਹੜਾ ਇਹਨਾਂ ਇਲੈਕਸ਼ਨਾਂ 'ਚ ਵੱਧ ਗਿਆ ਜੀ। ਪਰ ਕੀ ਐਤਕੀ, ਕਿਉਂਕਿ ਐਤਕੀ ਤਾਂ ਕਾਂਗਰਸ ਨੇ ਵੀ ਉਹਨਾਂ ਦੇ ਖਿਲਾਫ ਦੇਣਾ ਨਾ ਕੈਂਡੀਡੇਟ। ਹਾਂ, ਪੰਜਾ ਹੈ ਨਹੀਂ ਨਾ ਇੱਕ ਨਾਲ। ਹੋ ਸਕਦਾ ਕੋਈ ਸੱਜਣ ਵੇਲੀ ਖੜਾ ਕਰ ਦੇਣਾ, ਇਹਨਾਂ ਦਾ ਜਿਹੜਾ ਪੁਰਾਣਾ ਵਫਾਦਾਰ ਆ ਕੋਈ ਉਹ ਹੀ ਖੜਾ ਕਰ ਦੇਣਾ। ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਉਥੋਂ ਕਿਹਨੂੰ ਚਿਹਰਾ ਦਿੰਦੀ ਹੈ ਇਹ ਵੀ ਦੇਖਣਾ ਪਏਗਾ। ਅਕਾਲੀਆਂ ਦਾ ਚਿਹਰਾ ਕਿਹੜਾ ਹੋਏਗਾ। ਤਾਂ ਕੁੱਲ ਮਿਲਾ ਕੇ ਇਸ ਵੇਲੇ ਪੰਜਾਬ ਦੀ ਰਾਜਨੀਤੀ 'ਚ ਇੱਕ ਵੱਖਰੀ ਬਣ ਗਈ। ਤੁਸੀਂ ਇਹ ਵੇਖੋਗੇ ਕਿ ਜਿਹੜੀਆਂ ਵੱਡੀਆਂ ਤੋਪਾਂ ਨੇ ਨਾ, ਠੀਕ ਹੈ, ਉਹ ਹੁਣ ਜਾ ਕੇ ਦੂਸਰੇ ਦਾ ਕਿਲਾ ਢਾਉਣ ਦਾ ਯਤਨ ਕਰਨ ਤੋਂ ਪਹਿਲਾਂ ਆਪਣੇ ਕਿਲੇ ਦੀ ਸੇਫਟੀ ਦੇਖ ਰਹੀਆਂ ਨੇ। ਠੀਕ ਹੈ, ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਜੀ, ਚੱਲ ਜਲਾਲਾਬਾਦ, ਚਾਹੇ ਨਵਜੋਤ ਸਿੰਘ ਸਿੱਧੂ ਚੱਲ ਅੰਮ੍ਰਿਤਸਰ, ਠੀਕ ਹੈ, ਚਾਹੇ ਅਮਰਿੰਦਰ ਸਿੰਘ ਚੱਲ ਪਟਿਆਲਾ, ਠੀਕ ਹੈ, ਤੇ ਚੰਨੀ ਸਾਹਿਬ ਵੀ ਸ਼ਾਇਦ ਜਾਣਗੇ। ਮਜ਼ਾ ਤੇ ਤਾਂ ਨਾ ਐਤਕੀ ਆਓ ਲੰਬੀ ਦੇ ਵਿੱਚ ਫੇਰ। ਹਾਂ ਬਿਲਕੁਲ, ਐਤਕੀ ਆਓ ਕਾਂਗਰਸ ਤੋਂ ਬਗੈਰ ਆਓ। ਜਿਹੜੀ 40 ਲਈ ਸੀਗੀ ਵੋਟ ਉਹੀ ਪਵਾ ਕੇ ਦੇਖ ਲਓ। ਐਤਕੀ ਪਟਿਆਲਾ ਵੀ ਸੌਖਾ ਨਹੀਂ ਹੈ, ਪਟਿਆਲਾ ਵੀ ਸੌਖਾ ਨਹੀਂ ਰਹਿਣਾ। ਜਿਵੇਂ ਕਿਹਾ ਕਿ ਅੱਗੇ ਤਾਂ ਬਹੁਤ ਵੱਡਾ ਮਾਰਜਨ ਸੀਗਾ ਜਿੱਤ ਦਾ, ਮੇਰੇ ਖਿਆਲ ਦੇ ਨਾਲ ਹਾਂਜੀ ਬੜਾ ਵੱਡਾ ਮਾਰਜਨ ਬਣ ਜਾਂਦਾ ਇੱਕ ਤਰਫਾ ਹੀ। ਹਾਂਜੀ, ਪਰ ਅੱਜ ਦੇ ਦੌਰ ਦੇ ਵਿੱਚ ਹੁਣ ਸਾਰਾ ਕੁਝ ਬਦਲ ਚੁੱਕਾ ਵਾ। ਅੱਛਾ, ਇੰਨੀ ਜ਼ਿਆਦਾ ਰਾਜਨੀਤੀ ਜਿਹੜੀ ਹੈ ਨਾ ਉਹ ਇਹਨਾਂ ਦੀ ਬੁਖਲਾਈ ਪਈ ਆ। ਇਹ ਕਹਿੰਦੇ
ਜਦੋਂ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਕਾਨੂੰਨ ਵਾਪਸ ਲੈ ਰਹੇ ਹਾਂ, ਹਾਂਜੀ। ਸਵਾਗਤ ਕੀਤਾ। ਅੱਜ ਆਰਟੀਕਲ ਵੀ ਲੱਗਾ ਕਈ ਅਖਬਾਰਾਂ ਦੇ ਵਿੱਚ, ਤੁਸੀਂ ਪੜ੍ਹ ਸਕਦੇ ਹੋ। ਅੱਛਾ, ਸਾਰਾ ਕੁਝ ਕਰ ਕਰਾ ਕੇ ਫਿਰ ਹੀ ਕਹਿੰਦੇ ਕਿ ਉੱਠ ਕੇ ਕਿਉਂ ਨਹੀਂ ਆਉਂਦੇ, ਉੱਥੇ ਬੈਠੇ ਕਾਹਦੇ ਲਈ ਆ? ਵਾਹ ਵਾਹ, ਕਰ ਕਰਾ ਕੇ ਆਪ ਹੀ ਕਹਿੰਦੇ ਕਿ ਮੈਂ ਰੋਲ ਅਦਾ ਕੀਤਾ, ਚਲੋ ਵਧੀਆ ਹੋ ਗਿਆ, ਸੋਹਣੀਆਂ ਗੱਲਾਂ ਕੀਤੀਆਂ, ਮੁੜ ਕੇ ਆਪਣੀਆਂ ਬਣਾਈਆਂ ਸੇਵੀਆਂ ਦੇ ਵਿੱਚ ਆਪ ਹੀ ਸਵਾਹ ਜੀ। ਉੱਥੇ ਕੀ ਕਰਦੇ ਆ? ਹਾਂਜੀ, ਉੱਥੇ ਕੀ ਲੈਣ ਨੂੰ ਬੈਠੇ ਆ? ਪ੍ਰਧਾਨ ਮੰਤਰੀ ਝੂਠ ਨਹੀਂ ਬੋਲਦੇ। ਪ੍ਰਧਾਨ ਮੰਤਰੀ ਇਹ ਕਹਿੰਦੇ ਕਿ ਪ੍ਰਧਾਨ ਮੰਤਰੀ ਝੂਠ ਨਹੀਂ ਬੋਲਦੇ। ਦੇਖੋ, ਅੱਛਾ, ਖਵਾਜੇ ਦਾ ਗਵਾਹ ਡੱਡੂ ਜੀ। ਪ੍ਰਧਾਨ ਮੰਤਰੀ ਤੇ ਤਾਂ ਮੇਰੇ ਖਿਆਲ ਦੇ ਨਾਲ ਹਾਂਜੀ। ਇਹੋ ਜਿਹਾ ਰਿਕਾਰਡ ਆ ਪ੍ਰਧਾਨ ਮੰਤਰੀ ਤੇ ਕਿ ਜਦੋਂ ਤੁਸੀਂ ਦੇਖੋਗੇ ਚੈੱਕ ਕਰਕੇ, ਦੁਨੀਆ ਦੇ ਵਿੱਚ ਇੱਕ ਡੋਨਲਡ ਟਰੰਪ ਹੋਏ ਆ ਤੇ ਇੱਕ ਇਹ ਭਾਈ ਸਾਹਿਬ ਹੋਏ, ਇਹਨਾਂ ਦਾ ਤਾਂ ਇੱਕ ਕੰਪੀਟੀਸ਼ਨ ਚੱਲ ਪਿਆ ਸੀ ਰੱਸਾ ਖਿੱਚਣ ਵਾਲਿਆਂ ਦਾ, ਜਿਵੇਂ ਕੰਪੀਟੀਸ਼ਨ ਨਹੀਂ ਹੁੰਦਾ ਕਿ ਕਿਹੜਾ ਕਿੱਧਰ ਨੂੰ ਖਿੱਚ ਕੇ ਲੈ ਕੇ ਜਾਂਦਾ, ਗੱਪਬਾਜ਼ੀ ਵਾਲਾ ਮੁਕਾਬਲਾ। ਸੋ ਗੱਲ ਇਹ ਆ ਕਿ ਜਿਹੜਾ ਹੁਣ ਇਸ ਟਾਈਮ ਮਾਹੌਲ ਬਣਿਆ ਪਿਆ ਜੀ, ਉਹਦੇ ਵਿੱਚ ਇਹਨਾਂ ਸਾਰਿਆਂ ਨੂੰ ਇਹੀ ਫਿਕਰ ਆ ਕਿ ਆਪਣੀ ਸੀਟ ਬਚਾਈਏ ਸਭ ਤੋਂ ਪਹਿਲਾਂ। ਤੇ ਮੇਰਾ ਇਹੀ ਮੰਨਣਾ ਹੈ ਕਿ ਭਾਜਪਾ ਦੇ ਨਾਲ ਅਲਾਈਅੰਸ ਵੀ ਕਰ ਲੈਣ। ਅੱਛਾ, ਇਹ ਖੇਤੀ ਕਾਨੂੰਨ ਜਿਹੜੇ ਆ ਉਹ ਬੇਸ਼ੱਕ ਰੱਦ ਹੋਣ ਦਾ ਐਲਾਨ ਵੀ ਹੋ ਚੁੱਕਾ, ਵਗੈਰਾ ਵਗੈਰਾ ਸਾਰੀਆਂ ਗੱਲਾਂ ਠੀਕ ਆ ਕਿ ਇੰਨਾ ਕਮਜ਼ੋਰ ਵੀ ਨਹੀਂ ਹੈ ਇਹਨਾਂ ਦਾ ਗੜ, ਠੀਕ ਹੈ, ਪਟਿਆਲਾ, ਪਰੰਤੂ ਫਿਰ ਵੀ ਇਨਸਿਕਿਉਰਿਟੀ ਹੈ ਔਰ ਮੁਸ਼ਕਲ ਵੀ ਬਹੁਤ ਵੱਡੀ ਹੈ ਐਤਕੀ ਇਲੈਕਸ਼ਨ ਜਿੱਤ ਕੇ ਦਿਖਾਉਣ ਦੀ, ਕਿਉਂਕਿ 4 ਮਰਤਬਾ ਜਿੱਤੇ ਨੇ ਮੇਰੇ ਖਿਆਲ ਦੇ ਨਾਲ ਲਗਾਤਾਰ। ਠੀਕ ਹੈ, ਬਾਦਲ ਸਾਹਿਬ ਐਤਕੀ 6ਵੀਂ ਵਾਰ ਜਿੱਤਣ ਆਉਣਗੇ ਲੰਬੀ। ਇਹ ਆਪਾਂ ਕਹਿ ਸਕਦੇ ਆ ਕਿ 7ਵੀਂ ਕਿ 6ਵੀਂ ਵਾਰ, ਨਹੀਂ 6ਵੀਂ, 97 ਤੋਂ ਲਗਾਤਾਰ ਇੱਥੇ ਜਿੱਤਦੇ। ਠੀਕ ਹੈ ਜੀ, ਫਿਰ ਇੰਨਾ ਕੀ ਬਣ 6ਵੀਂ ਵਾਰ ਆਉਣਗੇ। ਹਾਂਜੀ ਹਾਂਜੀ, 5-6 ਟਰਮਾਂ ਹੀ ਲੱਗ ਰਹੀਆਂ। ਹਾਂਜੀ ਹਾਂਜੀ, 97 ਤੋਂ ਬਾਅਦ, ਕਿਉਂਕਿ 92 ਚ ਇੱਥੇ ਜਿੱਤੇ ਸਨ ਗੁਰਨਾਮ ਅਬਲ ਖਰਾਣਾ। ਠੀਕ ਹੈ ਠੀਕ ਹੈ ਜੀ। 3 ਹੀ ਚੋਣਾਂ ਲੰਬੀ ਚੋਂ ਕਾਂਗਰਸ ਜਿੱਤੀ ਹੈ, 1962 ਵਾਲੀ, 1967 ਵਾਲੀ ਤੇ ਸਾਡੇ ਜੰਮਣ ਤੋਂ ਬਾਅਦ 1992 ਦੇ ਵਿੱਚ ਜਦੋਂ ਗੁਰਨਾਮ ਸਿੰਘ ਅਬਲ ਖਰਾਣੀਆ ਜਿੱਤੇ ਨੇ, ਉਦੋਂ ਬਾਈਕਾਟ ਸੀਗਾ। ਜੀ ਜੀ, ਠੀਕ ਹੈ। ਬਾਕੀ ਇਹੀ ਜਿੱਤਦੇ ਰਹੇ ਨੇ। ਸੋ ਬਾਅਦ ਦੀਆਂ ਇਲੈਕਸ਼ਨਾਂ ਤਾਂ ਮੈਂ ਤੁਹਾਨੂੰ ਗਣਾ ਹੀ ਦਿੱਤੀਆਂ ਨੇ, 92 ਤੱਕ ਤਾਂ ਮੈਨੂੰ ਯਾਦ ਆ। ਤੇ ਉਦੋਂ ਪਹਿਲਾਂ ਮੈਂ ਸੁਣਿਆ ਸੀਗਾ ਇੱਕ ਬਜ਼ੁਰਗ ਨੇਤਾ ਤੋਂ ਕਿ ਸਿਰਫ 2 ਵਾਰੀ 62 ਤੇ 67 ਚ ਜਿੱਤੀਆਂ ਇਹਨਾਂ ਨੇ। ਠੀਕ ਹੈ, ਬਾਕੀ ਸਾਰੀਆਂ ਜਿਹੜੀਆਂ ਇਲੈਕਸ਼ਨਸ ਨੇ ਉਹ ਇਹਨਾਂ ਨੇ ਅਕਾਲੀਆਂ ਨੇ ਜਿੱਤੀਆਂ ਨੇ ਤੇ ਉਹ ਆਉਣਗੇ 6ਵੀਂ ਵਾਰ ਕਿਸਮਤ ਅਜ਼ਮਾਉਣ, ਇਹ 5ਵੀਂ ਵਾਰ ਲਗਾਤਾਰ। ਤੇ ਦੇਖਦੇ ਹੁਣ ਸੁਪਨਾ ਕਿਹਦਾ ਟੁੱਟਦਾ ਹੈ। ਸੋ ਮੇਰੇ ਖਿਆਲ ਦੇ ਨਾਲ ਜਿੱਤ ਦੀ ਜੇ ਉਮੀਦ ਹੈ ਤਾਂ ਸੁਖਬੀਰ ਸਿੰਘ ਬਾਦਲ ਜਿਵੇਂ ਜਲਾਲਾਬਾਦ ਚੋਂ ਹੈ, ਜਾਂ ਪ੍ਰਕਾਸ਼ ਸਿੰਘ ਬਾਦਲ ਲੰਬੀ ਚੋਂ ਆਉਂਦੇ ਆ ਜਿਵੇਂ ਸੰਕੇਤ ਮਿਲੇ ਪਿਛਲੇ ਦਿਨ, ਉਹਨਾਂ ਦੇ ਮੁਕਾਬਲੇ ਜਿੱਤ ਦੀ ਸੰਭਾਵਨਾ ਜਿਹੜੀ ਉਹ ਇਹਨਾਂ ਦੀ ਪਤਲੀ ਹੈ। ਅੱਛਾ, ਮਿੰਟ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਿਆਸੀ ਚੀਜ਼ਾਂ ਤੇ ਵਿਸ਼ਲੇਸ਼ਣ ਕਰਨਾ ਬਹੁਤ ਜ਼ਿਆਦਾ ਔਖਾ, ਕਿਉਂਕਿ ਸਿਆਸੀ ਸਥਿਤੀਆਂ ਪਰਿਸਥਿਤੀਆਂ ਲਗਾਤਾਰ ਮਿੰਟ ਤੇ ਬਦਲਦੀਆਂ ਨੇ, ਖਾਸ ਕਰਕੇ ਜਦੋਂ ਚੋਣਾਂ ਦਾ ਮਾਹੌਲ ਹੁੰਦਾ। ਪਰ ਫਿਰ ਵੀ ਉਹਨਾਂ ਚੀਜ਼ਾਂ ਨੂੰ ਹਮੇਸ਼ਾ ਸਟੀਕ ਮੰਨਿਆ ਜਾਂਦਾ ਹੈ ਜਾਂ ਅੰਦਾਜ਼ੇ ਦੇ ਨੇੜੇ ਮੰਨਿਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਜ਼ਮੀਨੀ ਹਕੀਕਤਾਂ ਨੂੰ ਇੱਕ ਮਾਪਦੰਡ ਦੇ ਤੌਰ ਤੇ ਰੱਖਿਆ ਜਾਏ। ਇਹੀ ਚੀਜ਼ਾਂ ਸਰਵੇ ਕਰਨ ਵਾਲੀਆਂ ਏਜੰਸੀਆਂ ਵੀ ਕਰਦੀਆਂ ਨੇ। ਅਗਲੀ ਵਾਰੀ ਫਿਰ ਮੁਲਾਕਾਤ ਹੋਏਗੀ ਖਾਸ ਖਬਰਾਂ, ਖਾਸ ਮਸਲਿਆਂ ਨੂੰ ਲੈ ਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।